ਕੈਨੇਡਾ 'ਚ ਪੜ੍ਹਾਈ ਕਰਨੀ ਹੋਈ ਹੋਰ ਮਹਿੰਗੀ। ਟਰੂਡੋ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਬਦਲੇ ਸਟੱਡੀ ਰੂਲ। ਹੁਣ ਔਸਤਨ 10,000 ਦੀ ਥਾਂ 20,635 ਕੈਨੇਡੀਅਨ ਡਾਲਰ ਦਾ ਕਰਨਾ ਹੋਵੇਗਾ ਪ੍ਰਬੰਧ। 1 ਜਨਵਰੀ ਤੋਂ ਲਾਗੂ ਹੋਣਗੇ ਨਵੇਂ ਨਿਯਮ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਰਾਜੋਆਣਾ ਨੇ ਖਤਮ ਕੀਤੀ ਭੁੱਖ ਹੜਤਾਲ। ਦਰਬਾਰ ਸਾਹਿਬ ਦਾ ਪਵਿੱਤਰ ਜਲ ਛਕਿਆ। ਐਸਜੀਪੀਸੀ ਦੇ ਪ੍ਰਧਾਨ ਬੋਲੇ 31 ਦਸੰਬਰ ਤੋਂ ਬਾਅਦ ਦੀ ਕਿਸੇ ਵੀ ਸਥਿਤੀ ਦੇ ਲਈ ਕੇਂਦਰ ਹੋਵੇਗਾ ਜ਼ਿੰਮੇਵਾਰ। ਐਮਪੀ ਰਮਨੀਤ ਬਿੱਟੂ ਨੇ ਰਾਜੋਆਣਾ ਦੀ ਭੁੱਖ ਹੜਤਾਲ ਨੂੰ ਦੱਸਿਆ ਡਰਾਮਾ। ਬੋਲੇ ਕਿਸਨੇ ਦੇਖਿਆ ਭੁੱਖ ਹੜਤਾਲ ਕੀਤੀ ਜਾਂ ਨਹੀਂ। ਰਾਜੋਆਣਾ ਸਿਰਫ ਬਾਦਲ ਪਰਿਵਾਰ ਦੀ ਕਠਪੁਤਲੀ। ਬਾਦਲ ਦੇ ਜਨਮ ਦਿਨ ਤੇ ਅਕਾਲੀ ਦਲ ਨੂੰ ਦਿੱਤਾ ਹੈ ਤੋਹਫਾ। ਆਮ ਆਦਮੀ ਪਾਰਟੀ ਦੇ ਐਮਪੀ ਵਿਕਰਮਜੀਤ ਸਿੰਘ ਸਾਨੀ ਨੇ ਰਾਜ ਸਭਾ ਦੇ ਵਿੱਚ ਚੁੱਕਿਆ ਬੰਦੀ ਸਿੱਖਾਂ ਦਾ ਮੁੱਦਾ। ਕਿਹਾ ਪੰਜਾਬ ਦੇ ਹਾਲਾਤ ਦੀ ਬਿਹਤਰੀ ਦੇ ਲਈ ਬੰਦੀ ਸਿੰਘਾਂ ਦੀ ਰਿਹਾਈ ਜ਼ਰੂਰੀ। ਰਿਹਾਈ ਨਾ ਹੋਣ ਤੇ ਸਿੱਖਾਂ ਦਾ ਨਿਆਂ ਪ੍ਰਣਾਲੀ ਤੋਂ ਉੱਠ ਰਿਹਾ ਹੈ ਭਰੋਸਾ। ਪੰਜਾਬ ਦੇ ਵਿੱਚ 10 ਦਸੰਬਰ ਤੋਂ 43 ਸੇਵਾਵਾਂ ਦੀ ਡੋਰ ਸਟੈਪ ਡਿਲੀਵਰੀ ਹੋਵੇਗੀ ਸ਼ੁਰੂ। ਸੀਐਮ ਲੁਧਿਆਣਾ ਤੋਂ ਕਰਨਗੇ ਸ਼ੁਰੂਆਤ। ਘਰ ਬੈਠੇ ਹੀ ਬਣ ਸਕਣਗੇ ਆਧਾਰ ਕਾਰਡ, ਜਨਮ ਤੇ ਮੌਤ ਤੇ ਇਨਕਮ ਤੇ ਹੋਰ ਸਰਟੀਫਿਕੇਟ। ਸਤਿ ਸ੍ਰੀ ਅਕਾਲ, ਨਮਸਕਾਰ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ। ਜਦੋਂ ਕੈਨੇਡਾ ਜਾਣ ਦੇ ਸੁਪਨੇ ਦੇ ਵਿਚਾਲੇ $10,000 ਹੋਰ ਇੰਤਜ਼ਾਮ ਕਰਨ ਨੂੰ ਕਹਿ ਦਿੱਤਾ ਜਾਵੇ ਕੈਨੇਡਾ ਦੀ ਸਰਕਾਰ ਦੇ ਵੱਲੋਂ ਨਵੇਂ ਨਿਯਮਾਂ ਦੇ ਮੁਤਾਬਿਕ, ਫਿਰ ਫਰਕ ਤਾਂ ਪੈਂਦਾ ਹੈ ਕਿਉਂਕਿ $10,000 ਕਰੀਬ 6-7 ਲੱਖ ਰੁਪਏ ਬਣਦੇ ਨੇ। ਅੱਜ ਸ਼ੁਰੂਆਤ ਇੱਥੋਂ ਹੀ ਕਰਨ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਹੁਣ ਪੜ੍ਹਾਈ ਕਰਨੀ ਹੋਰ ਮਹਿੰਗੀ ਹੋ ਗਈ ਹੈ। ਕੈਨੇਡਾ ਦੀ ਸਰਕਾਰ ਨੇ ਸਟੂਡੈਂਟਸ ਦੇ ਵੀਜ਼ਾ ਦੇ ਲਈ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ। ਕੈਨੇਡਾ ਸਰਕਾਰ ਨੇ ਨਵੇਂ ਨਿਯਮਾਂ ਦੇ ਤਹਿਤ ਕੈਨੇਡਾ 'ਚ ਪੜ੍ਹਾਈ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਜ਼ਰੂਰੀ ਫੰਡਿੰਗ ਨੂੰ ਦੁੱਗਣਾ ਕਰ ਦਿੱਤਾ ਹੈ। ਕੈਨੇਡਾ ਨੇ ਅੰਤਰਰਾਸ਼ਟਰੀ ਸਟੂਡੈਂਟਸ ਦੇ ਲਈ ਸਟੱਡੀ ਰੂਲ ਬਦਲੇ ਨੇ। ਸਟੂਡੈਂਟਸ ਨੂੰ ਮਜ਼ਬੂਤ ਫਾਈਨੈਂਸ਼ੀਅਲ ਬੈਕਗ੍ਰਾਉਂਡ ਦਿਖਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ। ਸਟੂਡੈਂਟਸ ਦੇ ਵਿੱਤੀ ਜੀਵਨ ਲੋੜਾਂ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ। ਰਹਿਣ ਸਹਿਣ ਤੇ ਪੜ੍ਹਾਈ ਦੀ ਕੁੱਲ ਲਾਗਤ ਦਾ ਅੱਧਾ ਹਿੱਸਾ ਦਿਖਾਉਣਾ ਹੋਵੇਗਾ। ਟਿਊਸ਼ਨ, ਯਾਤਰਾ ਖਰਚ ਤੋਂ ਇਲਾਵਾ $20,635 ਦਿਖਾਉਣੇ ਹੋਣਗੇ। ਭਾਰਤ ਦੀ ਕਰੰਸੀ ਦੇ ਮੁਤਾਬਿਕ ਕਰੀਬ 12,66,000 ਰੁਪਏ। ਪਹਿਲਾਂ ਗ੍ਰੈਜੂਏਸ਼ਨ ਦੇ ਸਟੂਡੈਂਟਸ ਨੂੰ ਸਾਲਾਨਾ $10,000 ਕੈਨੇਡੀਅਨ ਡਾਲਰ ਦਾ ਪ੍ਰਬੰਧ ਕਰਨਾ ਪੈਂਦਾ ਸੀ। ਹੁਣ ਗ੍ਰੈਜੂਏਸ਼ਨ ਦੇ ਸਟੂਡੈਂਟਸ ਨੂੰ ਸਾਲਾਨਾ $15,000 ਦਾ ਪ੍ਰਬੰਧ ਕਰਨਾ ਹੋਵੇਗਾ। 1 ਜਨਵਰੀ 2024 ਤੋਂ ਇਹ ਨਵੇਂ ਨਿਯਮ ਲਾਗੂ ਹੋਣਗੇ। ਹਰ ਸਾਲ ਪੰਜਾਬ ਤੋਂ ਕਰੀਬ 1.5 ਲੱਖ ਨੌਜਵਾਨ ਕੈਨੇਡਾ ਦਾ ਰੁਖ ਕਰਦੇ ਨੇ ਅਤੇ ਕੈਨੇਡਾ ਸਰਕਾਰ ਦੇ ਨਿਯਮਾਂ ਦੇ ਵਿੱਚ ਬਦਲਾਵ ਦੇ ਫੈਸਲੇ ਨੇ ਉੱਥੇ ਜਾਣ ਵਾਲਿਆਂ ਦੇ ਉੱਤੇ ਵਿੱਤੀ ਬੋਝ ਨੂੰ ਹੋਰ ਵਧਾ ਦਿੱਤਾ ਹੈ। ਤਾਂ ਵਿੱਤੀ ਬੋਝ ਵਧਾ ਦਿੱਤਾ ਗਿਆ, ਯਾਨੀ ਕਿ $10,000 ਜਿਹੜੇ ਪਹਿਲਾਂ ਅਰੇਂਜ ਕਰਨੇ ਪੈਂਦੇ ਸੀ ਜੀਆਈਸੀ ਦੇ ਲਈ ਤੇ ਹੁਣ 20,635 ਕਰਨੇ ਪੈਣਗੇ। ਇਸ ਦਾ ਇੱਕ ਸਿੱਧਾ ਜਿਹਾ ਮਤਲਬ ਇਹ ਵੀ ਹੈ ਕਿ ਕੈਨੇਡਾ ਦੀ ਸਰਕਾਰ ਜਾ ਰਹੀ ਹੈ ਕਿ ਜਿਹੜੇ ਫਾਈਨੈਂਸ਼ੀਅਲੀ ਬਹੁਤ ਸਟਰੋਂਗ ਹੋਣ ਉਹੀ ਵਿਦਿਆਰਥੀ ਉੱਥੇ ਪੜ੍ਹਾਈ ਦੇ ਲਈ ਕੈਨੇਡਾ ਪਹੁੰਚਣ। ਉਧਰ ਕੈਨੇਡਾ ਸਰਕਾਰ ਦੇ ਵੱਲੋਂ ਇੰਟਰਨੈਸ਼ਨਲ ਸਟੂਡੈਂਟ ਫੰਡ ਵਧਾਏ ਜਾਣ ਦਾ ਵਿਦਿਆਰਥੀਆਂ ਦੇ ਵੱਲੋਂ ਮਿਲਿਆ ਜੁਲਿਆ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ। ਕੁਝ ਵਿਦਿਆਰਥੀ ਮੰਨਦੇ ਨੇ ਕਿ ਜੀਆਈਸੀ ਡਬਲ ਹੋਣ ਦੇ ਨਾਲ ਉਹਨਾਂ ਦੇ ਉੱਤੇ ਬੋਝ ਵੱਧ ਗਿਆ ਹੈ, ਜਦਕਿ ਕੁਝ ਦਾ ਮੰਨਣਾ ਹੈ ਕਿ ਜੀਆਈਸੀ ਦਾ ਵਧਿਆ ਹੋਇਆ ਪੈਸਾ ਉਹਨਾਂ ਦੇ ਹੀ ਭਵਿੱਖ ਦੇ ਵਿੱਚ ਕੰਮ ਆਵੇਗਾ। ਇਸ ਲਈ ਸਰਕਾਰ ਦਾ ਫੈਸਲਾ ਸਹੀ ਵੀ ਹੈ। ਹਾਲਾਤ ਪਹਿਲਾਂ ਹੀ ਨਹੀਂ ਕੁਝ ਸਹੀ ਹੈਗੇ। ਵੈਸੇ ਵੀ ਕੈਨੇਡਾ ਤੇ ਇੰਡੀਆ ਦੇ ਹਾਲਾਤ ਸਹੀ ਨਹੀਂ ਹੈਗੇ, ਤਾਂ ਕਰਕੇ ਇਹਨਾਂ ਡਬਲ ਕਰਕੇ ਹੋਰ ਵੀ ਕੰਮ ਗਲਤ ਕਰਤਾ। ਬਹੁਤ ਸਟੂਡੈਂਟ ਸ਼ੌਕ ਹੋਏ ਕਿਉਂਕਿ ਜਿੰਨੇ ਹੁਣ ਆਪਾਂ ਨੂੰ 25-30 ਲੱਖ 'ਚ ਪੈ ਜਾਊਗਾ, ਇੰਨਾ ਤਾਂ ਮੈਨੂੰ ਲੱਗਦਾ ਅਮਰੀਕਾ ਦੀ ਫੀਸ ਸੀਗੀ, ਅਮਰੀਕਾ ਦੇ ਬਰਾਬਰ ਕਰਤਾ। ਇਹ ਕੋਈ ਖਰਚਾ ਨਹੀਂ ਹੋਇਆ ਹੈਗਾ, ਇਹ ਉਹਨਾਂ ਦੇ ਹੀ ਪੈਸੇ ਨੇ ਤੇ ਉਹ ਉੱਥੇ ਬੈਂਕ 'ਚ ਜਾਣ ਜਦੋਂ ਮਰਜ਼ੀ ਵਰਤ ਸਕਦੇ। ਹਾਂ ਵੀ ਜਦੋਂ ਮਰਜ਼ੀ ਵਰਤ ਸਕਦੇ ਆ। ਇਮੀਗ੍ਰੇਸ਼ਨ ਐਕਸਪਰਟਸ ਦਾ ਵੀ ਮੰਨਣਾ ਹੈ ਕਿ ਕੈਨੇਡਾ ਨੇ ਜੀਆਈਸੀ ਦੇ ਵਿੱਚ ਆਖਰੀ ਵਾਰ ਸਾਲ 2000 ਦੇ ਵਿੱਚ ਵਾਧਾ ਕੀਤਾ ਸੀ ਅਤੇ ਇਹ ਸੰਭਾਵਨਾ ਸੀ ਕਿ ਕੈਨੇਡਾ सरकार फीस दे विच इजाफा कर सकती है। लेकिन स्टूडेंट को एकदम से ये एक्सेप्ट करना थोड़ा सा मुश्किल होता है, तो हो सकता है अभी कुछ कम स्टूडेंट्स जो अप्लाई करना चाह रहे थे वो कुछ कमी आ जाए। दरअसल जीआईसी बैंक दे ਵੱਲੋਂ ਦਿੱਤਾ ਜਾਣ ਵਾਲਾ ਦਸਤਾਵੇਜ਼ ਹੈ ਜੋ ਵਿਦਿਆਰਥੀ ਦੇ ਖਾਤੇ ਦੇ ਵਿੱਚ ਜਮ੍ਹਾਂ ਰਕਮ ਦੇ ਆਧਾਰ ਦੇ ਉੱਤੇ ਦਿੱਤਾ ਜਾਂਦਾ ਹੈ। ਇਸੇ ਦੇ ਆਧਾਰ ਦੇ ਉੱਤੇ ਵਿਦਿਆਰਥੀ ਇੱਕ ਫਿਕਸਡ ਅਮਾਉਂਟ ਆਪਣੇ ਖਾਤੇ ਦੇ ਵਿੱਚੋਂ ਹਰ ਮਹੀਨੇ ਕੱਢ ਸਕਦਾ ਹੈ। ਤਾਂ ਜੀਆਈਸੀ ਇੱਕ ਸਰਟੀਫਿਕੇਟ ਹੈ ਔਰ ਇਸ ਦੇ ਲਈ ਹੁਣ $20,635 ਅਰੇਂਜ ਕਰਨੇ ਹੋਣਗੇ। ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ ਅਸੀਂ ਕੈਨੇਡਾ ਦੇ ਨਾਲ ਹੀ ਜੁੜਿਆ ਹੋਇਆ ਪੁੱਛ ਰਹੇ ਹਾਂ ਕਿਉਂਕਿ ਕੈਨੇਡਾ ਇਸ ਸਮੇਂ ਖੂਬ ਸੁਰਖੀਆਂ ਦੇ ਵਿੱਚ ਹੈ। ਸਵਾਲ ਕਿ ਕੈਨੇਡਾ ਸਰਕਾਰ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਕਿੰਨੇ ਪੰਜਾਬੀ ਮੈਂਬਰ ਪਾਰਲੀਮੈਂਟ ਨੇ ਪੰਜਾਬੀ ਮੂਲ ਦੇ।
चार ऑप्शन तुहानूं दे रहे हैं। ऑप्शन ए 7 MP, ऑप्शन बी 12 MP, ऑप्शन सी 16 MP, ऑप्शन डी 21 MP। सही जवाब की है थोड़ी देर दे विच पूरी जानकारी दे नाल तुहाडे सामने रखांगे ये पूरा आंकड़ा। गल विदेशों की हो रही है तो लगातार विदेशों तो कुछ अजिहियां खबरां सामने आउंदियां ने जो चिंता नूं वधाउंदियां ने ते सत्थर भी विछा दिंदियां ने। पिछले 5 साल दे विच विदेशों दे विच 403 भारतीय विद्यार्थियों की मौत हुई है। यह जानकारी केंद्र सरकार दे वल्लों पार्लीमेंट दे विच एक सवाल के जवाब च दित्ती गई। इन्हां दे विचों सब तो ज्यादा 91 मौतां कैनेडा ते 48 मौतां ब्रिटेन दे विच होईयां ने। रूस दे विच 40, अमेरिका च 36, आस्ट्रेलिया दे विच 35, यूक्रेन दे विच 21, जर्मनी च 20, साइप्रस च 14, इटली च 10 ते फिलीपींस दे विच भी 10 लोकां दी मौत हुई है। ज्यादातर मौतां कुदरती दुर्घटनावां अते सेहत दे नाल जुड़े कारणां दी वजह नाल होई। पढ़ाई दे लई विदेश गए भारतीय विद्यार्थियों की मौतां दी खबरां बारे सरकार ने पार्लीमेंट दे विच हैरान करन वाले आंकड़े साझा कीते। सब तो ज्यादा मौतां कैनेडा दे विच क्यों होईयां? इस सवाल के जवाब च पार्लीमेंट दे बाहर विदेश मंत्रालय के बुलारे अरिंदम बागची ने कहा कि उत्थे जाण वाले विद्यार्थियों की गिणती भी होर देशां दे मुकाबले बहुत ज्यादा है। Canada does happen to numerically be the highest, but I would urge that they be looked at in relation to the total number of Indian students in that country. Plus, we would need to see whether these are caused by violence, or car accidents. We don't know. ਭਾਰਤ ਦੇ ਵਿੱਚ ਰਹਿਣ ਵਾਲੇ ਕਈ ਵਿਦਿਆਰਥੀ ਸਟੱਡੀ ਵੀਜ਼ਾ ਦੇ ਉੱਤੇ ਦੂਜੇ ਦੇਸ਼ਾਂ ਦੇ ਵਿੱਚ ਜਾਂਦੇ ਨੇ। ਅਜਿਹੇ ਦੇਸ਼ਾਂ 'ਚ ਅਮਰੀਕਾ, ਇੰਗਲੈਂਡ, ਰੂਸ, ਕੈਨੇਡਾ ਦੇ ਨਾਮ ਸਭ ਤੋਂ ਪਹਿਲਾਂ ਆਉਂਦੇ ਨੇ ਅਤੇ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੀ ਗਈ ਇਸ ਰਿਪੋਰਟ ਦੇ ਮੁਤਾਬਿਕ ਦੁਨੀਆ ਦੇ 34 ਦੇਸ਼ਾਂ 'ਚ ਕੈਨੇਡਾ 'ਚ ਸਭ ਤੋਂ ਜ਼ਿਆਦਾ ਭਾਰਤੀਆਂ ਦੀ ਮੌਤ ਹੋਈ ਹੈ। ਤੇ ਚਿੰਤਾ ਵਧਾਉਣ ਵਾਲੀ ਵੀ ਗੱਲ ਹੈ, ਖਾਸ ਤੌਰ ਤੇ ਪਿਛਲੇ 1 ਸਾਲ ਦੇ ਅੰਕੜੇ ਜਾਂ ਪਿਛਲੇ 1 ਸਾਲ ਦੀਆਂ ਖਬਰਾਂ ਦੇ ਉੱਤੇ ਅਸੀਂ ਗੌਰ ਕਰੀਏ। ਵੱਖ-ਵੱਖ ਦੇਸ਼ਾਂ ਤੋਂ ਜੋ ਆਈਆਂ ਉੱਥੇ ਹਾਰਟ ਅਟੈਕ ਦੀ ਵਜ੍ਹਾ ਦੇ ਨਾਲ ਵੀ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੋਈ ਹੈ। ਹੁਣ ਸਵਾਲ ਇਹ ਹੈ ਕਿ ਆਖਿਰ ਇਹ ਹੋ ਕਿਉਂ ਰਿਹਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਲੰਡਨ ਦੇ ਵਿੱਚ 29 ਅਕਤੂਬਰ 2023 ਨੂੰ ਯਾਨੀ ਕਿ ਲੰਘੇ 29 ਅਕਤੂਬਰ ਨੂੰ ਗੁਰਦਾਸਪੁਰ ਦੀ ਮਹਿਕ ਸ਼ਰਮਾ ਦਾ ਉਸਦੇ ਪਤੀ ਨੇ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਨ੍ਹਾਂ ਦੀ ਮ੍ਰਿਤਕ ਦੇਹ ਹੁਣ ਭਾਰਤ ਪਹੁੰਚੀ। ਸਫੇਦ ਕੱਪੜੇ ਦੇ ਨਾਲ ਲਿਪਟੇ ਬਾਕਸ ਦੇ ਵਿੱਚ ਬੇਟੀ ਦੀ ਲਾਸ਼ ਨੂੰ ਦੇਖ ਕੇ ਮਾਂ ਦਾ ਰੋ ਕੇ ਬੁਰਾ ਹਾਲ ਸੀ। ਪਿੰਡ ਵਾਲਿਆਂ ਦੀ ਭੀੜ ਨੇ ਮੁਸ਼ਕਿਲ ਦੇ ਨਾਲ ਉਹਨਾਂ ਨੂੰ ਸੰਭਾਲਿਆ। ਨਮ ਅੱਖਾਂ ਦੇ ਨਾਲ ਮਹਿਕ ਸ਼ਰਮਾ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਿੰਡ ਲਿਆਂਦਾ ਗਿਆ ਅਤੇ ਫਿਰ 19 ਸਾਲ ਦੀ ਆਪਣੀ ਬੇਟੀ ਨੂੰ ਬਹੁਤ ਹੀ ਭਾਰੀ ਮਨ ਦੇ ਨਾਲ ਪਰਿਵਾਰ ਵਾਲਿਆਂ ਨੇ ਆਖਰੀ ਵਿਦਾਈ ਦਿੱਤੀ। ਇਹੀ ਵੀ ਇਹਨਾਂ ਤੇ ਸਹੁਰਿਆਂ ਤੇ ਵੀ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਆ। ਚਲੋ ਸਾਡੀ ਤੇ ਬੇਟੀ ਨਹੀਂ ਰਹੀ, ਕੱਲ ਨੂੰ ਇਹ ਆ ਵੀ ਹੋਰ ਕਿਸੇ ਦੀ ਬੇਟੀ ਨਾਲ ਵੀ ਨਾ ਇਸ ਤਰ੍ਹਾਂ ਹੋਵੇ ਜਿੱਦਾਂ ਸਾਡੀ ਬੇਟੀ ਨਾਲ ਹੋਇਆ, ਇਦਾਂ ਤੇ ਕਿਸੇ ਨਾਲ ਵੀ ਨਾ ਹੋਵੇ। ਇਹਨਾਂ ਤੇ ਮੈਂ ਤੇ ਕਹਿੰਦੀ ਇਹਨਾਂ ਦੇ ਸਹੁਰਿਆਂ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਆ। ਇਹਨਾਂ 19 ਸਾਲ ਦੀ ਮਹਿਕ ਸਟੱਡੀ ਵੀਜ਼ਾ ਦੇ ਉੱਤੇ ਲੰਡਨ ਗਈ ਸੀ। ਮਹਿਕ ਦਾ ਪਤੀ ਸਾਹਿਲ ਸ਼ਰਮਾ ਵੀ ਸਪਾਊਸ ਵੀਜ਼ਾ ਦੇ ਉੱਤੇ ਲੰਡਨ ਪਹੁੰਚਿਆ ਤਾਂ ਉਸਨੇ ਮਹਿਕ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਇੱਕ ਦਿਨ ਚਾਕੂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਲੰਡਨ ਪੁਲਿਸ ਨੇ ਕਾਤਲ ਸਾਹਿਲ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਫਰਕ ਤਾਂ ਪੈਂਦਾ ਦੇ ਵਿੱਚ ਥੋੜੀ ਦੇਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਗ੍ਰੀਨਰੀ ਛੱਡ ਕੇ ਗ੍ਰੀਨ ਫਲੈਟਸ ਦੇ ਵਿੱਚ ਵੜਿਆ ਤੇਂਦੂਆ। ਜੀ ਹਾਂ, ਸੀਸੀਟੀਵੀ ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ। ਕਿੱਥੋਂ ਦੀ ਪੂਰੀ ਘਟਨਾ ਹੈ ਤੇ ਅਪਡੇਟ ਕੀ ਹੈ ਦੱਸਾਂਗੇ ਥੋੜੀ ਦੇਰ ਦੇ ਵਿੱਚ। ਉਧਰ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਭੁੱਖ ਹੜਤਾਲ ਕਰੀਬ 3 ਦਿਨ ਬਾਅਦ ਖਤਮ ਕਰ ਦਿੱਤੀ। ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਜਾਜ਼ਤ ਤੋਂ ਬਾਅਦ ਪਟਿਆਲਾ ਜੇਲ੍ਹ 'ਚ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਰਾਜੋਆਣਾ ਨੇ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਜਲ ਪੀ ਕੇ ਆਪਣੀ ਹੜਤਾਲ ਨੂੰ ਖਤਮ ਕੀਤਾ। ਉਹ ਉਹਨਾਂ ਨੇ ਭਾਰਤ ਸਿੰਘ ਸਾਹਿਬ ਦਾ, ਕਿਉਂਕਿ ਆਦੇਸ਼ ਸੀ, ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸੀ, 5 ਸਿੰਘ ਸਾਹਿਬਾਨ ਦਾ ਆਦੇਸ਼ ਸੀ, ਉਹ ਉਹਨਾਂ ਨੇ ਅੱਜ ਪਵਿੱਤਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਜਲ ਅੰਮ੍ਰਿਤ ਸਰੋਵਰ ਦੇ ਉਹਦੇ ਵਿੱਚੋਂ ਕੁਝ ਘੁੱਟ ਤੇ ਜੂਸ ਪੀ ਕੇ ਉਹ ਅੱਜ ਭੁੱਖ ਹੜਤਾਲ ਤਾਂ ਉਹਨੇ ਉਹ ਖਤਮ ਕਰ ਦਿੱਤੀ ਆ। ਐਸਜੀਪੀਸੀ ਨੇ ਕੇਂਦਰ ਨੂੰ ਰਾਜੋਆਣਾ ਦੀ ਸਜ਼ਾ ਮਾਫੀ ਨੂੰ ਲੈ ਕੇ ਲਗਾਈ ਗਈ ਪਟੀਸ਼ਨ ਤੇ 31 ਦਸੰਬਰ ਤੱਕ ਦੀ ਹੁਣ ਡੈਡਲਾਈਨ ਦਿੱਤੀ ਹੈ। 31 ਦਸੰਬਰ ਸਿੰਘ ਸਾਹਿਬ ਨੇ ਕਿਹਾ ਵੀ ਇਹ 31 ਦਸੰਬਰ ਤੱਕ ਸੈਂਟਰ ਸਰਕਾਰ ਇਹਦਾ ਫੈਸਲਾ ਕਰੇ, ਜੇ ਨਹੀਂ ਫੈਸਲਾ ਕਰਦੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਕਿ ਪਟੀਸ਼ਨ ਬਾਰੇ ਸੋਚਿਆ ਜਾਵੇ। ਕਾਬਿਲੇ ਗੌਰ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੇ ਐਸਜੀਪੀਸੀ ਦੇ ਵੱਲੋਂ ਲਗਾਈ ਗਈ ਉਹਨਾਂ ਦੀ ਸਜ਼ਾ ਮਾਫੀ ਦੀ ਪਟੀਸ਼ਨ ਦੇ ਉੱਤੇ ਕੋਈ ਫੈਸਲਾ ਨਾ ਆਉਣ ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ 5 ਦਸੰਬਰ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ।
ਉਧਰ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਤਾਂ ਖਤਮ ਹੋ ਗਈ, ਪਰ ਇਸ ਨੂੰ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਡਰਾਮਾ ਕਰਾਰ ਦੇ ਰਹੇ ਨੇ। ਰਵਨੀਤ ਬਿੱਟੂ ਦੀ ਮੰਨੀਏ ਤਾਂ ਰਾਜੋਆਣਾ ਜੇਲ੍ਹ ਦੇ ਵਿੱਚ ਹੜਤਾਲ ਦੇ ਉੱਤੇ ਸੀ ਜਾਂ ਨਹੀਂ, ਇਹ ਕਿਸ ਨੇ ਦੇਖਿਆ? ਹੋ ਸਕਦਾ ਕਿ ਭੁੱਖ ਹੜਤਾਲ ਬਾਦਲ ਪਰਿਵਾਰ ਦੇ ਕਹਿਣ ਦੇ ਉੱਤੇ ਕੀਤਾ ਗਿਆ ਇੱਕ ਡਰਾਮਾ ਹੋਵੇ। ਬਾਦਲ ਸਾਹਿਬ ਦੇ ਜਨਮ ਦਿਨ ਤੇ ਅੱਜ ਉਹ ਰਾਜੋਆਣੇ ਨੂੰ ਇੱਕ ਭੁੱਖ ਹੜਤਾਲ ਜਿਹੜੀ ਤੜਾ ਕੇ ਡਰਾਮਾ ਇਹ ਦਿਖਾਇਆ ਵੀ ਅੱਜ ਵੀ ਜੋ ਕੁਛ ਹੈ ਉਹ ਬਾਦਲ ਨੇ। ਉਧਰ ਬੀਜੇਪੀ ਨੇ ਵੀ ਐਸਜੀਪੀਸੀ ਦੇ ਵੱਲੋਂ ਕੇਂਦਰ ਨੂੰ ਦਿੱਤੇ ਗਏ ਅਲਟੀਮੇਟਮ ਤੇ ਇਤਰਾਜ਼ ਜਤਾ ਕੇ ਗੁਜ਼ਾਰਿਸ਼ ਕਰਨ ਅਤੇ ਧਮਕੀ ਦੇਣ ਦੇ ਵਿੱਚ ਫਰਕ ਸਮਝਾਇਆ ਕਿ ਠੀਕ ਆ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਉਮਰ ਕੈਦ 'ਚ ਤਬਦੀਲ ਹੋ ਜਾਏ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਰ ਇੱਕ ਇਸ ਤਰ੍ਹਾਂ ਕਰਨਾ ਕਿ ਸਰਕਾਰ ਨੂੰ ਥ੍ਰੈਟ ਕਰਨਾ ਉਹ ਵੀ ਠੀਕ ਨਹੀਂ ਹੈ। ਦਰਅਸਲ ਐਸਜੀਪੀਸੀ ਨੇ ਕੇਂਦਰ ਨੂੰ ਰਾਜੋਆਣਾ ਦੀ ਸਜ਼ਾ ਮਾਫੀ ਨੂੰ ਲੈ ਕੇ ਦਿੱਤੀ ਪਟੀਸ਼ਨ ਤੇ 31 ਦਸੰਬਰ ਤੱਕ ਦਾ ਹੁਣ ਅਲਟੀਮੇਟਮ ਦਿੱਤਾ ਹੈ। ਖੈਰ ਹੁਣ ਸਵਾਲ ਇਹ ਜ਼ਰੂਰ ਹੈ ਕਿ 31 ਦਸੰਬਰ ਤੱਕ ਕੇਂਦਰ ਦੀ ਸਰਕਾਰ ਕੋਈ ਫੈਸਲਾ ਲੈਂਦੀ ਹੈ ਜਾਂ ਨਹੀਂ, ਜਾਂ ਫਿਰ ਦੂਜੇ ਪਾਸੇ 5 ਮੈਂਬਰੀ ਕਮੇਟੀ ਕਿਸ ਤਰੀਕੇ ਨਾਲ ਰਾਸ਼ਟਰਪਤੀ ਤੱਕ ਪਹੁੰਚ ਕਰਦੀ ਹੈ। ਪਰ ਇਸ ਮੁੱਦੇ ਉੱਤੇ ਸਿਆਸਤ ਤਾਂ ਖੂਬ ਹੋ ਰਹੀ ਹੈ। ਖੈਰ ਬੰਦੀ ਸਿੰਘਾਂ ਦਾ ਜ਼ਿਕਰ ਹੋ ਰਿਹਾ ਤੇ ਮੁੱਦਾ ਰਾਜ ਸਭਾ ਦੇ ਵਿੱਚ ਵੀ ਗੁੰਜਿਆ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਰਾਜ ਸਭਾ ਦੇ ਵਿੱਚ ਬੰਦੀ ਸਿੱਖਾਂ ਦਾ ਮੁੱਦਾ ਚੁੱਕਿਆ। ਬੰਦੀ ਸਿੱਖਾਂ ਨੂੰ ਰਿਹਾ ਨਾ ਕਰਨ ਦੇ ਉੱਤੇ ਸਿੱਖਾਂ ਦਾ ਭਰੋਸਾ ਟੁੱਟ ਰਿਹਾ ਹੈ। ਸਾਨੀ ਦੇ ਵੱਲੋਂ ਰਾਜ ਸਭਾ ਦੇ ਵਿੱਚ ਕਿਹਾ ਗਿਆ ਤੇ ਉਹਨਾਂ ਨੇ ਕਿਹਾ ਕਿ ਦੇਸ਼ ਦੀ ਨਿਆਂ ਪ੍ਰਣਾਲੀ 'ਚ ਸਿੱਖਾਂ ਦਾ ਵਿਸ਼ਵਾਸ ਖਤਮ ਹੋ ਰਿਹਾ ਹੈ। ਪੰਜਾਬ ਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਮੁਹਿੰਮ ਚਲਾਈਆਂ ਜਾ ਰਹੀਆਂ ਨੇ ਔਰ ਪੰਜਾਬ ਦੇ ਹਾਲਾਤ ਦੀ ਬਿਹਤਰੀ ਦੇ ਲਈ ਜਿਹੜੇ ਬੰਦੀ ਸਿੱਖ ਨੇ ਉਹਨਾਂ ਦੀ ਰਿਹਾਈ ਜ਼ਰੂਰੀ ਹੈ। ਇਹ ਵਿਕਰਮਜੀਤ ਸਿੰਘ ਸਾਨੀ ਦੇ ਵੱਲੋਂ ਰਾਜ ਸਭਾ ਦੇ ਅੰਦਰ ਮੁੱਦਾ ਚੁੱਕਿਆ ਗਿਆ ਤੇ ਉਹਨਾਂ ਨੇ ਵੀ ਕਿਹਾ ਕਿ ਰਿਹਾਈ ਨਾ ਹੋਣ ਕਾਰਨ ਪੰਜਾਬ ਦੀ ਸਥਿਤੀ ਵਿਗੜ ਵੀ ਸਕਦੀ ਹੈ। ਬਿਲਕਿਸ ਬਾਨੋ ਤੇ ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਦਾ ਵੀ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਗਿਆ। पंजाब की शांति के लिए, सद्भावना के लिए ये बहुत ज़रूरी है कि जिन सिख बंदियों ने 30 साल 32 साल गुजार लिए हैं उनका कंडक्ट ठीक है और इसमें मैनी ऑफ देम आर फेसिंग सीरियस फिजिकल एंड मेंटल हेल्थनेस, तो रिलीज ऑफ बंदी सिख्स विल बी ए नेसेसरी स्टेप इन एड्रेसिंग हिस्टोरिकल इनजस्टिस एज मीन्स ऑफ फोस्टरिंग रिकन्सिलिएशन एंड सोशल हीलिंग इन पंजाब। मैं भारत के प्रधानमंत्री और होम मिनिस्टर जी को प्रार्थना करता हूं कि एक जल्दी हाई पावर्ड कमेटी बना के इन केसेस का रिव्यू करके इनका निर्वाण। उधर हरियाणा के सिरसा के कोल किल्यांवाली दे विच चौधरी देवीलाल दे नाल ही पंजाब के साबका मुख मंत्री प्रकाश सिंह बादल का भी बुत लगाया गया। ਅਤੇ ਦੋਵੇਂ ਹੀ ਆਗੂਆਂ ਦੇ ਬੁੱਤ ਦੋਵੇਂ ਸੂਬਿਆਂ ਦੀ ਰਾਜਨੀਤੀ ਦੇ ਦੋ ਵੱਡੇ ਚਿਹਰਿਆਂ ਦੀ ਦੋਸਤੀ ਦੇ ਦੌਰ ਨੂੰ ਬਿਆਨ ਕਰ ਰਹੇ ਨੇ। ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬੁੱਤ ਹਰਿਆਣਾ ਵਾਲੇ ਪਾਸੇ ਲਗਾਇਆ ਗਿਆ ਹੈ, ਜਦਕਿ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਦਾ ਬੁੱਤ ਪਹਿਲਾਂ ਤੋਂ ਹੀ ਪੰਜਾਬ ਵਾਲੇ ਪਾਸੇ ਲਗਾਇਆ ਗਿਆ ਸੀ। ਚੌਟਾਲਾ ਅਤੇ ਬਾਦਲ ਪਰਿਵਾਰ ਦੇ ਮੈਂਬਰ ਇਸ ਮੌਕੇ ਉੱਤੇ ਇਕੱਠੇ ਹੋਏ ਤਾਂ ਗੱਲਾਂ ਵੀ ਪਰਿਵਾਰ ਦੇ ਦੋਵੇਂ ਬਜ਼ੁਰਗਾਂ ਦੇ ਨਾਲ ਜੁੜੀਆਂ ਯਾਦਾਂ ਦੀਆਂ ਹੋਈਆਂ। ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਉਹਨਾਂ ਦੇ ਥੱਲੇ ਰਹਿ ਕੇ ਕੰਮ ਕਰਨ ਦਾ। ਰੋਜ਼ ਉਹਨਾਂ ਨੂੰ ਦੇਖ ਕੇ ਕਿਵੇਂ ਲੋਕੀ ਉਹਨਾਂ ਦੇ ਦਫ਼ਤਰ ਗੁੱਸੇ 'ਚ ਆਉਂਦੇ ਸੀ ਤੇ ਜਦੋਂ ਮਿਲ ਜਾਂਦੇ ਸੀ ਸ਼ਾਂਤ ਹੋ ਕੇ ਹੱਸਦੇ ਬਾਹਰ ਜਾਂਦੇ ਸੀ। ਮੈਨੂੰ ਨਹੀਂ ਦੇਖਿਆ ਬੰਦਾ ਕੋਈ ਵਾਪਸ ਗੁੱਸੇ ਹੁੰਦਾ ਜਾਂਦਾ। ਖਾਸ ਗੱਲ ਇਹ ਹੈ ਕਿ ਪ੍ਰੋਗਰਾਮ ਪੂਰੀ ਤਰ੍ਹਾਂ ਦੇ ਨਾਲ ਪਰਿਵਾਰਿਕ ਸੀ। ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਨਾਲ ਜਿੱਥੇ ਮਨਪ੍ਰੀਤ ਬਾਦਲ ਮੌਜੂਦ ਸਨ ਤਾਂ ਉੱਥੇ ਦੁਸ਼ਯੰਤ ਚੌਟਾਲਾ ਅਤੇ ਡਾਕਟਰ ਅਜੇ ਚੌਟਾਲਾ ਦੇ ਨਾਲ ਅਭੇ ਚੌਟਾਲਾ ਵੀ ਖੜੇ ਨਜ਼ਰ ਆਏ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਨੂੰ ਅਕਾਲੀ ਦਲ ਦੇ ਵੱਲੋਂ ਸਦਭਾਵਨਾ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਗਿਆ। ਹੁਣ ਅੱਗੇ ਵਧਦਿਆਂ ਤੇ ਗੱਲ ਹੋਵੇਗੀ ਪਾਰਲੀਮੈਂਟ ਦੀ ਕੈਸ਼ ਫॉर ਕੁਐਰੀ ਯਾਨੀ ਕਿ ਪੈਸਿਆਂ ਬਦਲੇ ਸਵਾਲ ਪੁੱਛਣ ਦੇ ਮਾਮਲੇ 'ਚ ਘਿਰੀ TMC ਮੈਂਬਰ ਪਾਰਲੀਮੈਂਟ ਮਹੂਆ ਮੋਇਤਰਾ ਦੀ ਪਾਰਲੀਮੈਂਟ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ ਹੈ। ਐਥਿਕਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਉਹਨਾਂ ਨੂੰ ਬਰਖਾਸਤ ਕਰਨ ਦਾ ਮਤਾ ਪੇਸ਼ ਹੋਇਆ। ਇਸ ਤੋਂ ਬਾਅਦ VOTING ਹੋਈ। ਹਾਲਾਂਕਿ ਮਹੂਆ ਮੋਇਤਰਾ ਨੂੰ ਬਰਖਾਸਤ ਕਰਨ ਦੇ ਲਈ ਪਾਰਲੀਮੈਂਟ ਦੇ ਵਿੱਚ VOTING ਸ਼ੁਰੂ ਹੁੰਦੇ ਵਿਰੋਧੀ ਧਿਰ ਨੇ ਬਾਈਕਾਟ ਕਰ ਦਿੱਤਾ। VOTING ਤੋਂ ਬਾਅਦ ਲੋਕ ਸਭਾ ਸਪੀਕਰ ਨੇ ਮਹੂਆ ਮੋਇਤਰਾ ਦੇ ਖਿਲਾਫ ਬਰਖਾਸਤਗੀ ਦਾ ਮਤਾ ਪਾਸ ਕਰ ਦਿੱਤਾ। ਲੋਕ ਸਭਾ ਤੋਂ ਬਰਖਾਸਤਗੀ ਤੋਂ ਬਾਅਦ ਮਹੂਆ ਮੋਇਤਰਾ ਨੇ ਕਿਹਾ ਕਿ ਲੋਕ ਸਭਾ ਦੀ ਐਥਿਕਸ ਕਮੇਟੀ ਨੇ ਮੈਨੂੰ ਝੁਕਾਉਣ ਦੇ ਲਈ ਰਿਪੋਰਟ ਬਣਾਈ ਗਈ ਅਤੇ ਰਿਪੋਰਟ 'ਚ ਹਰ ਨਿਯਮ ਨੂੰ ਤੋੜ ਦਿੱਤਾ ਗਿਆ। Nothing has been taken. You hate minorities. You hate women. You detest Nari Shakti. You cannot handle power and authority. I am 49 years old. I will fight you for the next 30 years inside parliament, outside parliament, in the gutter, on the streets.
ਐਥਿਕਸ ਕਮੇਟੀ ਦੀ ਰਿਪੋਰਟ ਜਦੋਂ ਸਦਨ ਦੇ ਵਿੱਚ ਪੇਸ਼ ਕੀਤੀ ਗਈ, ਉਸ ਵੇਲੇ ਚਰਚਾ ਦੇ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮਹੁਆ ਮੋਇਤਰਾ ਨੂੰ ਸਦਨ ਦੇ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਪੈਨਲ ਮੀਟਿੰਗ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਗਿਆ ਸੀ। ਹੁਣ ਅਗਲੀ ਖਬਰ ਤੇ ਰੁਕ ਕਰਦੇ ਹਾਂ। ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਦੇ ਕੋਲੋਂ ਛਾਪੇਮਾਰੀ ਦੇ ਵਿੱਚ ਇਨਕਮ ਟੈਕਸ ਵਿਭਾਗ ਨੂੰ ਹੁਣ ਤੱਕ 200 ਕਰੋੜ ਤੋਂ ਜ਼ਿਆਦਾ ਦਾ ਕੈਸ਼ ਬਰਾਮਦ ਹੋ ਚੁੱਕਿਆ ਹੈ, ਜ਼ਬਤ ਕੀਤਾ ਗਿਆ ਔਰ ਕੈਸ਼ ਦੇ ਢੇਰ ਲੱਗੇ ਹੋਏ ਨੇ ਜੋ ਨਜ਼ਰ ਆ ਰਹੇ ਨੇ। ਜ਼ਬਤ ਕੀਤੇ ਗਏ ਨੋਟਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਉਹਨਾਂ ਨੂੰ ਗਿਣਨ ਦੇ ਲਈ ਮੰਗਵਾਈਆਂ ਗਈਆਂ ਮਸ਼ੀਨਾਂ ਵੀ ਖਰਾਬ ਹੋ ਗਈਆਂ। ਇਨਕਮ ਟੈਕਸ ਦੇ ਛਾਪੇ ਝਾਰਖੰਡ, ਓਡੀਸ਼ਾ ਤੇ ਪੱਛਮੀ ਬੰਗਾਲ ਦੇ ਵਿੱਚ ਮਾਰੇ ਗਏ। 157 ਬੈਗਾਂ ਦੇ ਵਿੱਚ ਪੈਸੇ ਭਰ ਕੇ ਟਰੱਕ ਦੇ ਜ਼ਰੀਏ ਬੈਂਕ ਪਹੁੰਚਾਏ ਗਏ। ਬੈਗ ਨਹੀਂ ਮਿਲਣ ਤੇ ਨੋਟਾਂ ਦੇ ਬੰਡਲਾਂ ਨੂੰ ਬੋਰੀਆਂ ਦੇ ਵਿੱਚ ਵੀ ਭਰ ਕੇ ਰੱਖਿਆ ਗਿਆ। ਅਜੇ ਨੋਟਾਂ ਦੀ ਗਿਣਤੀ ਦੇ ਵਿੱਚ 2 ਦਿਨ ਹੋਰ ਲੱਗ ਸਕਦੇ ਨੇ। ਅਜਿਹੇ 'ਚ ਜ਼ਬਤ ਕੈਸ਼ ਹੋਰ ਵੱਧ ਸਕਦਾ ਹੈ। ਇਹ ਸਾਰਾ ਕੈਸ਼ ਓਡੀਸ਼ਾ ਦੇ ਵਿੱਚ ਬੁਲਾਂਗੀਰ ਜ਼ਿਲ੍ਹੇ 'ਚ MP ਧੀਰਜ ਸਾਹੂ ਦੇ ਠਿਕਾਣਿਆਂ ਤੋਂ ਜ਼ਬਤ ਕੀਤਾ ਗਿਆ। ਝਾਰਖੰਡ ਦੇ ਕਈ ਦਿੱਗਜ ਕਾਰੋਬਾਰੀ, ਆਗੂ ਅਤੇ ਅਧਿਕਾਰੀ ਜਾਂਚ ਏਜੰਸੀਆਂ ਦੀ ਰਡਾਰ ਦੇ ਉੱਤੇ ਨੇ। ਝਾਰਖੰਡ ਦੇ ਵਿੱਚ ਇਕੱਠੇ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਛਾਪੇਮਾਰੀ ਦੀ ਖਬਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦੇ ਹੋਏ ਲਿਖਿਆ ਕਿ ਦੇਸ਼ਵਾਸੀ ਇਹਨਾਂ ਨੋਟਾਂ ਦੇ ਢੇਰ ਨੂੰ ਦੇਖਣ ਅਤੇ ਫਿਰ ਇਹਨਾਂ ਆਗੂਆਂ ਦੇ ਇਮਾਨਦਾਰੀ ਵਾਲੇ ਭਾਸ਼ਣ ਨੂੰ ਸੁਣਨ। ਜਨਤਾ ਤੋਂ ਜੋ ਲੁੱਟਿਆ ਹੈ ਉਸ ਦੀ ਪਾਈ ਵਾਪਸ ਕਰਨੀ ਹੋਵੇਗੀ, ਇਹ ਮੋਦੀ ਦੀ ਗਾਰੰਟੀ ਹੈ। ਖੈਰ, ਜਦੋਂ ਇਨਕਮ ਟੈਕਸ ਦੀ ਟੀਮ ਪਹੁੰਚ ਜਾਵੇ, ਨੋਟ ਗਿਣਨੇ ਸ਼ੁਰੂ ਕਰ ਦਿੱਤੇ ਜਾਣ ਤੇ ਫਿਰ ਮਸ਼ੀਨਾਂ ਵੀ ਖਰਾਬ ਹੋ ਜਾਣ ਔਰ ਨੋਟਾਂ ਦੇ ਢੇਰ ਲੱਗ ਜਾਣ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਸਵਾਲ ਇਹੀ ਹੈ ਕਿ ਇੰਨਾ ਪੈਸਾ, ਬੇਸ਼ੁਮਾਰ ਪੈਸਾ ਕਿਸ ਤਰੀਕੇ ਨਾਲ ਇਸ ਰਾਜ ਸਭਾ ਮੈਂਬਰ ਨੇ ਆਪਣੇ ਕੋਲ ਲਿਆਂਦਾ ਜਾਂ ਕਮਾਇਆ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਲੁਧਿਆਣਾ ਦੇ ਵਿੱਚ ਪੱਖੋਵਾਲ ਰੋਡ ਦੇ ਉੱਤੇ ਬਣੇ ਸੈਂਟਰ ਗ੍ਰੀਨ ਫਲੈਟਸ ਸੁਸਾਇਟੀ ਦੇ ਵਿੱਚ ਇੱਕ ਤੇਂਦੂਆ ਵੜ ਗਿਆ। ਦੱਸਿਆ ਜਾ ਰਿਹਾ ਕਿ ਸੁਸਾਇਟੀ ਦੇ ਵਿੱਚ ਰਹਿਣ ਵਾਲੇ ਇੱਕ ਸ਼ਖਸ ਨੇ ਤੇਂਦੂਏ ਨੂੰ ਦੇਖਿਆ, ਜਿਸ ਤੋਂ ਬਾਅਦ ਉਸਨੇ ਰੌਲਾ ਪਾਇਆ, ਜਿਸ ਨੂੰ ਸੁਣ ਕੇ ਲੋਕ ਇਕੱਠਾ ਹੋ ਗਏ ਅਤੇ ਜਦੋਂ ਉਹਨਾਂ ਨੇ ਸੁਸਾਇਟੀ ਦੇ ਵਿੱਚ ਲੱਗੇ ਕੈਮਰੇ ਚੈੱਕ ਕੀਤੇ ਤਾਂ ਉਸ ਦੇ ਵਿੱਚ ਤੇਂਦੂਆ ਘੁੰਮਦਾ ਹੋਇਆ ਨਜ਼ਰ ਆਇਆ। ਬੇਸਮੈਂਟ ਦੇ ਅੰਦਰ ਪੈੜਾਂ ਦੇਖੀਆਂ, ਲੈ ਕੁਝ ਨਹੀਂ ਪਤਾ ਇਹਦੀਆਂ ਪੈੜਾਂ ਕੀ ਹੈ, ਪਰ ਲੋਕਾਂ ਨੂੰ ਸਾਵਧਾਨ ਰਹਿਣ ਲਈ ਲੱਗਿਆ ਗਿਆ। ਸਾਵਧਾਨ ਲੱਗਿਆ ਜੀ, ਕਹਾ ਕੇ ਲੌਸਮੈਂਟ ਲੱਗੇ ਕਰਨ ਪਿੱਛੇ ਬਾਜੀਗਰ ਕਲੋਨੀ ਤੇ ਉਧਰ ਪਿੱਛੇ ਸਾਰੇ ਭਾਈਵਾਲਾ ਕਲੋਨੀ 'ਚ ਲੌਸਮੈਂਟ ਲੱਗੇ ਕਰਨ ਦੀ ਇਹਨਾਂ ਨੂੰ। ਮਤਲਬ ਆਸ-ਪਾਸ ਦੇ ਇਲਾਕਿਆਂ ਨੂੰ ਵੀ ਤੁਸੀਂ ਸੁਚੇਤ ਕਰਨ ਲੱਗੇ ਹੋ? ਹਾਂਜੀ। ਲੋਕਾਂ ਨੇ ਫੌਰਨ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਇਲਾਕੇ ਨੂੰ ਸੀਲ ਕੀਤਾ ਗਿਆ। ਇਸ ਵਿਚਾਲੇ ਜੰਗਲਾਤ ਵਿਭਾਗ ਦੀ ਟੀਮ ਵੀ ਉੱਥੇ ਪਹੁੰਚੀ ਅਤੇ ਤੇਂਦੂਏ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਹੁਣ ਅਸੀਂ ਇਹ ਪਿੰਜਰਾ ਮੰਗਾਇਆ, ਪਿੰਜਰਾ ਫਿੱਟ ਕਰਾਂਗੇ। ਉਸ ਤੋਂ ਬਾਅਦ ਰਾਤ ਨੂੰ ਇਹਦੀ ਫਿਰ ਮੂਵਮੈਂਟ ਜੇਕਰ ਨਜ਼ਰ ਆਉਂਦੀ ਹੈ, 2 ਰਾਤਾਂ 2 ਦਿਨ ਸਾਨੂੰ ਇਹ ਚੈੱਕ ਕਰਨਾ ਪੈਣਾ। ਇਲਾਕੇ 'ਚ ਕਰੀਬ 400 ਫਲੈਟਸ ਨੇ ਜਿਨ੍ਹਾਂ ਦੇ ਵਿੱਚ ਰਹਿਣ ਵਾਲੇ ਲੋਕ ਤੇਂਦੂਏ ਦੇ ਦਿਖਣ ਤੋਂ ਬਾਅਦ ਸਹਿਮੇ ਹੋਏ ਨੇ। ਖੈਰ, ਬਹੁਤਿਆਂ ਨੇ ਤਾਂ ਤੇਂਦੂਆ ਸ਼ਾਇਦ ਗੂਗਲ ਦੇ ਉੱਤੇ ਦੇਖਿਆ ਹੋਵੇਗਾ ਜਾਂ ਫਿਰ ਕਿਸੇ ਜ਼ੂ ਦੇ ਵਿੱਚ, ਪਰ ਜਦੋਂ ਆਪਣੀ ਸੁਸਾਇਟੀ ਦੇ ਵਿੱਚ ਤੇਂਦੂਆ ਵੜ ਆਵੇ ਔਰ CCTV 'ਚ ਨਜ਼ਰ ਵੀ ਆ ਜਾਏ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਗੁਰਦਾਸਪੁਰ ਦੇ ਵਿੱਚ ਟਰੈਵਲ ਏਜੰਟ ਦੇ ਖਿਲਾਫ 5 ਬੱਚਿਆਂ ਦੇ ਨਾਲ ਵਿਦੇਸ਼ ਭੇਜਣ ਦੇ ਨਾਮ ਤੇ 30 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ SSP ਦਫ਼ਤਰ ਦਾ ਦਰਵਾਜ਼ਾ ਤੋੜ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਟਰੈਵਲ ਏਜੰਟ ਦੇ ਖਿਲਾਫ ਧੋਖਾਧੜੀ ਅਤੇ ਕੁੱਟਮਾਰ ਦਾ ਇੱਕ ਹੋਰ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ, ਬਲਕਿ ਪੁਲਿਸ ਪੀੜਤ ਨੂੰ ਵਾਰ-ਵਾਰ ਫੋਨ ਕਰਕੇ ਪਰੇਸ਼ਾਨ ਕਰ ਰਹੀ ਹੈ, ਜਿਸ ਦੇ ਖਿਲਾਫ ਪ੍ਰਦਰਸ਼ਨਕਾਰੀਆਂ ਨੇ SSP ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤਾਂ ਦਰਵਾਜ਼ਾ ਦਫ਼ਤਰ ਦਾ ਬੰਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਦਾ ਮੁੱਖ ਦਰਵਾਜ਼ਾ ਹੀ ਤੋੜ ਦਿੱਤਾ। ਇਹੀ ਕਹਿੰਦੇ ਨੇ ਅਸੀਂ ਅੱਜ ਕੋਰਟ ਕੇਸ ਕਰ ਦਿੱਤਾ ਜੀ, ਜੇ ਕੋਰਟ ਕੇਸ ਕਰਨਾ ਸੀ ਤਾਂ ਉਦੋਂ ਹੀ ਕਰ ਦਿੰਦੇ, ਫਾਈਲ ਕਰ ਦਿੰਦੇ ਉਸ ਦਿਨ ਹੀ। ਇਹ ਵੀ ਚੈੱਕ ਕਰ ਲੈਣ ਉਹਨਾਂ ਦੇ ਅਕਾਊਂਟ 'ਚ ਪੈਸਾ ਗਿਆ ਹੈ, ਪੈਸਾ ਟ੍ਰਾਂਜੈਕਸ਼ਨ ਗਈ ਕਿਹੜੇ ਪਾਸੇ ਹੈ। ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਮਾਮਲੇ 'ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਉੱਥੇ ਮੁੱਖ ਮੁਲਜ਼ਮ ਫਰਾਰ ਹੈ। ਭਿੰਦਰ ਸਿੰਘ ਉਹ ਇੱਥੋਂ ਭਗੌੜਾ ਜੀ, ਉਹਦੇ ਖਿਲਾਫ ਅਸੀਂ ਜਿਹੜੀ ਹੈਗੀ ਆ ਵਾਰੰਟ ਜਾਰੀ ਹੋ ਗਏ ਸੀ, ਉਹਨਾਂ ਦੇ ਬਿਆਨ ਵੀ ਦੇ ਦਿੱਤੇ ਆ। ਹੁਣ ਉਹਨਾਂ ਦੇ ਜੱਜ ਸਾਹਿਬ ਨੇ ਇਸ਼ਤਿਹਾਰ ਜਾਰੀ ਕਰਕੇ ਉਹਦੀ ਵਿਦਨ ਮਹੀਨੇ 'ਚ ਪ੍ਰੋਸੀਡਿੰਗ ਪੂਰੀ ਹੋਈ ਨਹੀਂ ਹੈ। ਇਹਨਾਂ ਦਾ ਅਸੀਂ ਮੁਕੱਦਮਾ ਅਦਾਲਤ 'ਚ ਦੇ ਦਿੱਤਾ, ਕਿਉਂਕਿ ਹੁਣ ਅਦਾਲਤ 'ਚ ਹੀ ਦੇਣਾ। ਪ੍ਰਦਰਸ਼ਨਕਾਰੀ ਮੁਲਜ਼ਮ ਟਰੈਵਲ ਏਜੰਟ ਦੇ ਖਿਲਾਫ ਐਕਸ਼ਨ ਦੀ ਮੰਗ ਕਰ ਰਹੇ ਨੇ। ਉੱਥੇ ਪੁਲਿਸ ਦਾ ਕਹਿਣਾ ਹੈ ਕਿ ਮੁੱਖ ਮੁਲਜ਼ਮ ਦੀ ਭਾਲ ਜਾਰੀ ਹੈ। ਖੈਰ, ਠੱਗੀ ਦੇ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜਦੋਂ SSP ਦਫ਼ਤਰ ਦਾ ਬੂਹਾ ਹੀ ਤੋੜ ਦਿੱਤਾ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਅੱਗੇ ਵਧਦੇ ਤੇ ਹੁਣ ਜ਼ਿਕਰ ਇਤਿਹਾਸ ਦਾ। 8 ਦਸੰਬਰ ਦਾ ਇਤਿਹਾਸ ਕੀ ਕੁਝ ਕਹਿੰਦਾ ਹੈ। 8 ਦਸੰਬਰ ਦਾ ਇਤਿਹਾਸ ਇੰਡੀਅਨ ਨੇਵੀ ਦੇ ਨਾਲ ਜੁੜਿਆ ਹੋਇਆ ਹੈ। ਭਾਰਤੀ ਨੇਵੀ ਨੂੰ ਮਿਲੀ ਸੀ ਪਹਿਲੀ ਸਬਮਰੀਨ।
8 ਦਸੰਬਰ ਦਾ ਦਿਨ ਸੀ, ਸਾਲ ਸੀ 1967। ਜੀ 1967 ਦੇ ਦਿਨ 8 ਦਸੰਬਰ 1967 ਦੇ ਦਿਨ ਇੰਡੀਅਨ ਨੇਵੀ ਦੇ ਵਿੱਚ ਪਹਿਲੀ ਸਬਮਰੀਨ ਕਲਵਰੀ ਨੂੰ ਸ਼ਾਮਿਲ ਕੀਤਾ ਗਿਆ ਸੀ। 4 ਸਾਲ ਬਾਅਦ ਇਸ ਸਬਮਰੀਨ ਨੇ ਸਾਲ 1971 ਦੇ ਭਾਰਤ ਪਾਕਿਸਤਾਨ ਦੇ ਯੁੱਧ ਦੇ ਵਿੱਚ ਆਪਣਾ ਜੌਹਰ ਦਿਖਾਇਆ। ਕਲਵਰੀ ਨੂੰ ਦੁਨੀਆ ਦੀ ਸਭ ਤੋਂ ਘਾਤਕ ਸਬਮਰੀਨ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਰਿਹਾ। 30 ਸਾਲਾਂ ਤੱਕ ਦੇਸ਼ ਦੀ ਸੇਵਾ ਕਰਨ ਤੋਂ ਬਾਅਦ 31 ਮਾਰਚ 1996 ਨੂੰ ਕਲਵਰੀ ਨੂੰ ਨੌ ਸੈਨਾ ਨੇ ਯਾਨੀ ਨੇਵੀ ਨੇ ਰਿਟਾਇਰ ਕਰ ਦਿੱਤਾ ਸੀ।